ਉਰਦੂ ਪੁਆਇੰਟ ਤੋਂ ਸੋਨੀ ਧਰਤੀ ਪਾਕਿਸਤਾਨ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੌਮੀ ਵਿਰਸੇ ਬਾਰੇ। ਕੌਮੀ ਵਿਰਸਾ ਕੀ ਹੈ, ਕੌਮੀ ਵਿਰਸੇ ਦੇ ਤਹਫੁਜ਼ ਬਾਰੇ ਕੀ ਕੀਤਾ ਜਾ ਸਕਦਾ ਹੈ ਤੇ ਕੌਮੀ ਵਿਰਸੇ ਦੇ ਤਹਫੁਜ਼ ਦੇ ਹਵਾਲੇ ਨਾਲ ਆਉਣ ਵਾਲੀ ਨਸਲ ਨੂੰ ਕਿਵੇਂ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਂਝ ਤੇ ਦੁਨੀਆ ਭਰ ਵਿੱਚ 18 ਅਪ੍ਰੈਲ ਨੂੰ ਕੌਮੀ ਵਿਰਸੇ ਦੇ ਤਹਫੁਜ਼ ਦਾ ਆਲਮੀ ਦਿਨ ਮਨਾਇਆ ਜਾਂਦਾ ਹੈ। ਪਾਕਿਸਤਾਨ ਅੰਦਰ ਵੀ ਇਸ ਦਿਨ ਨੂੰ ਮਨਾਉਣ ਦੇ ਹਵਾਲੇ ਨਾਲ ਕਈ ਯਤਨ ਕੀਤੇ ਜਾਂਦੇ ਨੇ। ਸਰਕਾਰੀ ਪੱਧਰ ਉੱਤੇ ਤੇ ਸ਼ਾਇਦ ਨਹੀਂ, ਲੇਕਿਨ ਕੁਝ ਲੋਕ ਆਪਣੇ ਆਪ ਇਸ ਦਿਨ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਨੇ। ਇਸ ਹਵਾਲੇ ਨਾਲ ਲਾਹੌਰ ਸ਼ਨਾਸੀ ਫਾਊਂਡੇਸ਼ਨ ਜੋ ਕਿ ਇਸ ਦਿਨ ਨੂੰ ਮਨਾਉਂਦੀ ਹੈ, ਉਹ ਆਪਣੇ ਤੌਰ ਉੱਤੇ ਹੀ ਇਸ ਦਿਨ ਨੂੰ ਮਨਾਉਣ ਦੇ ਹਵਾਲੇ ਨਾਲ ਮੁਖਤਲਿਫ ਪ੍ਰੈਸ ਕਲੱਬ ਬਾਹਰ ਜਾਂ ਕੁਝ ਬੈਨਰਸ ਵਗੈਰਾ ਦਾ ਇਸਤੇਮਾਮ ਕਰਕੇ ਇਸ ਦਿਨ ਨੂੰ ਮਨਾਉਂਦੀ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਤਨਜ਼ੀਮ ਦੇ ਚੇਅਰਮੈਨ ਸੈਯਦ ਫੈਜ਼ਾਨ ਨਕਵੀ ਸਾਹਿਬ ਮੌਜੂਦ ਨੇ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕੌਮੀ ਵਿਰਸਾ ਹੁੰਦਾ ਕੀ ਹੈ। ਇਸ ਦਿਨ ਨੂੰ ਜਿਹੜਾ ਕਿ 18 ਅਪ੍ਰੈਲ ਨੂੰ ਕੌਮੀ ਵਿਰਸੇ ਦੇ ਤਹਫੁਜ਼ ਦਾ ਦਿਨ ਮਨਾਇਆ ਜਾਂਦਾ ਹੈ, ਉਹਨੂੰ ਕਿਉਂ ਮਨਾਉਣਾ ਚਾਹੀਦਾ ਹੈ। ਆਓ ਉਹਨਾਂ ਨਾਲ ਗੱਲਬਾਤ ਕਰਨੇ। अस्सलाम वालेकुम फैज़ान साहब जी। वालेकुम सलाम। पहले तो बहुत शुक्रिया तुसी उर्दू पॉइंट तशरीफ ले आए और असी ताड़े बड़े शुक्रगुजार हाँ, धन्यवादी हाँ जी। ताड़ा भी बहुत शुक्रिया। मैं शुक्रगुजार हाँ उर्दू पॉइंट का कि जिन्हों ने अज विरसे के बारे गल करन दा इंतजाम किया इत्थे। अच्छा फैज़ान साहब, पहले तो जिस तरह के 18 अप्रैल नूं जिहड़ा है कौमी विरसे के तहफुज़ का आलमी दिन भी मनाया जाता है, तुसी भी अपने तौर उत्ते इस दिन नूं मनाते हो। बल्कि मैं ਜ਼ਿਕਰ ਜਿਸ ਤਰ੍ਹਾਂ ਕਿ ਕੀਤਾ ਕਿ ਸਰਕਾਰੀ ਪੱਧਰ ਉੱਤੇ ਤੇ ਸ਼ਾਇਦ ਨਹੀਂ ਇੰਨਾ ਇਤਮਾਮ ਕੀਤਾ ਜਾਂਦਾ, ਮੇਰਾ ਖਿਆਲ ਹੈ ਮਨਾਇਆ ਹੀ ਨਹੀਂ ਜਾਂਦਾ। ਕੁਝ ਤਾੜੇ ਵਰਗੇ ਬੰਦੇ ਜਿਹੜੇ ਨੇ ਵਿਰਸੇ ਦੇ ਨਾਲ ਜੁੜੇ ਹੋਏ, ਆਪਣੀ ਧਰਤੀ ਦੇ ਨਾਲ ਜੁੜੇ ਹੋਏ, ਇਸ ਦਿਨ ਨੂੰ ਮਨਾਉਂਦੇ ਨੇ। ਖੁਸ਼ੀ ਹੁੰਦੀ ਹੈ ਤੁਹਾਡੇ ਵੱਲੋਂ ਵੇਖ ਕੇ ਤੁਸੀਂ ਜਿਹੜਾ ਉਹ ਕੰਮ ਕਰ ਰਹੇ ਹੋ। ਮਾਸ਼ਾਅੱਲਾ, ਲਾਹੌਰ ਦੀ ਤਾਰੀਖ ਦੇ ਹਵਾਲੇ ਨਾਲ, ਪਾਕਿਸਤਾਨ ਦੀ ਤਾਰੀਖ ਖਸੂਸਨ ਜਿਹੜਾ ਪੰਜਾਬ ਦੀ ਤਾਰੀਖ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਲਾਹੌਰ ਦੇ ਖੋਜੀ ਦੇ ਨਾਮ ਤੋਂ ਮਸ਼ਹੂਰ ਹੋ, ਤੁਹਾਡੀ ਇੱਕ ਪਹਿਚਾਣ ਹੈ। ਤੇ ਅੱਛਾ, ਪਹਿਲੇ ਤਾਂ ਸਾਨੂੰ ਇਹ ਦੱਸੋ ਕਿ ਕੌਮੀ ਵਿਰਸਾ ਹੁੰਦਾ ਕੀ ਹੈ। ਜੀ, ਮੈਂ ਸਭ ਤੋਂ ਪਹਿਲੇ ਅਰਜ਼ ਕਰਾਂਗਾ ਕਿ ਵਿਰਸਾ ਆਮ ਲਫ਼ਜ਼ਾਂ ਵਿੱਚ ਜਿਹੜੀ ਤਾਰੀਫ ਕੀਤੀ ਜਾਂਦੀ ਹੈ, ਉਹ ਵਿਰਸਾ ਮਿਰਾਸ ਤੋਂ ਨਿਕਲਿਆ ਹੈ। ਤੇ ਮਿਰਾਸ ਹਰ ਉਹ ਚੀਜ਼ ਹੁੰਦੀ ਹੈ ਜਿਹੜੇ ਸਾਡੇ ਆਬਾਓ ਅਜਦਾਦ ਸਾਡੇ ਲਈ ਛੱਡ ਕੇ ਜਾਂਦੇ ਨੇ। ਭਾਵੇਂ ਉਹ ਕੱਪੜੇ ਹੋਣ, ਭਾਵੇਂ ਉਹ ਜਾਇਦਾਦ ਹੋਵੇ, ਭਾਵੇਂ ਉਹ ਗੱਡੀ ਹੋਵੇ, ਭਾਵੇਂ ਉਹ ਚੰਗੀਆਂ ਆਦਤਾਂ ਹੋਣ, ਭਾਵੇਂ ਉਹ ਤਾਰੀਖੀ ਇਮਾਰਤਾਂ ਹੋਣ, ਭਾਵੇਂ ਕੁਝ ਵੀ ਹੋਵੇ, ਹਰ ਉਹ ਚੀਜ਼ ਮਿਰਾਸ ਹੈ ਜੋ ਸਾਡੇ ਪੁਰਖਾਂ ਤੋਂ ਸਾਨੂੰ ਪਹੁੰਚਦੀ ਹੈ। ਤੇ ਵਿਰਸਾ ਵੀ ਮਿਰਾਸ ਤੋਂ ਨਿਕਲਿਆ ਹੈ। ਤੇ ਵਿਰਸੇ ਤੋਂ ਮੁਰਾਦ ਹਰ ਉਹ ਚੀਜ਼ ਹੈ ਜੋ ਸਾਨੂੰ ਸਾਡੇ ਪੁਰਖਾਂ ਦੇ ਜ਼ਰੀਏ ਪੀੜ੍ਹੀ ਦਰ ਪੀੜ੍ਹੀ ਸਾਡੇ ਤੱਕ ਪਹੁੰਚਦੀ ਹੈ। ਉਹਦੇ ਵਿੱਚ ਚੰਗੀਆਂ ਆਦਤਾਂ, ਸਾਡਾ ਤਹਿਜ਼ੀਬ ਹੈ, ਸਾਡੀ ਸਕਾਫਤ ਹੈ, ਸਾਡੀਆਂ ਬੋਲੀਆਂ ਨੇ, ਸਾਡੇ ਖੇਡ ਨੇ, ਸਾਡੀਆਂ ਇਮਾਰਤਾਂ ਨੇ, ਸਾਡਾ ਤਰਜ਼ ਤਾਮੀਰ ਹੈ। ਇਹ ਸਾਰੀਆਂ ਚੀਜ਼ਾਂ ਵਿਰਸੇ ਵਿੱਚ ਸ਼ਾਮਿਲ ਹੁੰਦੀਆਂ। ਮਾਹਿਰੀਨ ਨੇ ਵਿਰਸੇ ਦੇ ਵਿੱਚ ਦੋ ਕਿਸਮਾਂ ਕੀਤੀਆਂ ਨੇ। ਇੱਕ ਟੈਂਜੀਬਲ ਹੈਰੀਟੇਜ ਕਿਹਾ ਜਾਂਦਾ ਹੈ ਤੇ ਇੱਕ ਇਨਟੈਂਜੀਬਲ ਹੈਰੀਟੇਜ ਕਿਹਾ ਜਾਂਦਾ ਹੈ। ਇੱਕ ਵਿੱਚ ਤੁਸੀਂ ਤਾਰੀਫ ਕਰ ਸਕਦੇ ਹੋ ਕਿ ਇੱਕ ਸੌਫਟ ਹੈਰੀਟੇਜ ਹੈ, ਇੱਕ ਹਾਰਡ ਹੈਰੀਟੇਜ ਹੈ। ਸੌਫਟ ਹੈਰੀਟੇਜ ਤੋਂ ਮੁਰਾਦ ਸਾਡੀ ਜਿਹੜੀ ਤਹਿਜ਼ੀਬ ਹੈ, ਸਾਡੇ ਬੋਲ ਚਾਲ ਨੇ, ਸਾਡੇ ਬੋਲੀਆਂ ਨੇ, ਸਾਡੇ ਖੇਡ ਨੇ, ਸਾਡਾ ਕਲਚਰ ਹੈ, ਸਾਡੇ ਲਿਬਾਸ ਹੈ, ਇਹ ਸਾਰੇ ਜਿਹੜੇ ਨੇ ਇਹਦੇ 'ਚ ਆਉਂਦੇ ਨੇ, ਸੌਫਟ ਵਿੱਚ ਆਉਂਦੇ ਨੇ। ਜਦ ਕਿ ਜਿਹੜਾ ਹਾਰਡ ਹੈਰੀਟੇਜ ਹੈ ਉਹਦੇ ਵਿੱਚ ਅਸੀਂ ਇਮਾਰਤਾਂ ਨੂੰ ਲੈ ਸਕਦੇ ਹਾਂ, ਫੰਨੇ ਤਾਮੀਰ ਨੂੰ ਲੈ ਸਕਦੇ ਹਾਂ, ਸਾਡੇ ਜਿਹੜੇ ਹੋਰ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਉਹਦੇ ਵਿੱਚ ਸ਼ਾਮਿਲ ਕਰਦੇ ਹਾਂ। ਤੇ ਇਹ ਵਿਰਸੇ ਦੀ ਤਾਰੀਫ ਕੀਤੀ ਜਾਂਦੀ ਹੈ। ਹਾਂ, ਅੱਛਾ, ਬੜਾ ਤੁਸੀਂ ਕਹਿੰਦੇ ਕਿ ਜਿਹੜਾ ਪਿਛੋਕੜ ਜਿਹੜੀ ਕੋਈ ਚੀਜ਼ ਛੱਡ ਕੇ ਜਾਂਦਾ ਹੈ, ਉਹ ਜਿਹੜਾ ਉਹ ਕੌਮੀ ਵਿਰਸੇ ਦੇ ਵਿੱਚ ਗਿਣੀ ਜਾਂਦੀ। ਕੋਈ ਵੀ ਚੀਜ਼ ਹੋਵੇ, ਚਾਹੇ ਉਹ ਇਮਾਰਤ ਹੋਵੇ ਜਾਂ ਅੱਛੀਆਂ ਆਦਤਾਂ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸਾਨੂੰ ਅੱਛੀਆਂ ਆਦਤਾਂ ਵੀ ਜਿਹੜੀਆਂ ਉਹ ਵੀ ਇੱਕ ਵਿਰਸਾ ਹੀ ਹੁੰਦਾ। ਅੱਛਾ ਫੈਜ਼ਾਨ ਸਾਹਿਬ, ਜਿਹੜਾ ਦਿਨ ਮਨਾਇਆ ਜਾਂਦਾ ਹੈ 18 ਅਪ੍ਰੈਲ ਨੂੰ ਵਰਲਡ ਹੈਰੀਟੇਜ ਡੇ, ਉਸ ਬਾਰੇ ਥੋੜ੍ਹਾ ਜਿਹਾ ਚਾਨਣ ਪਾਓ। ਉਹ ਦਿਨ ਕਦੋਂ ਮਨਾਉਣਾ ਸ਼ੁਰੂ ਹੋਇਆ ਤੇ ਪਹਿਲੇ ਵਾਰ ਕਿੰਨੇ ਮਨਾਇਆ, ਔਰ ਤੁਸੀਂ ਪਾਕਿਸਤਾਨ ਦੇ ਵਿੱਚ ਕਦੋਂ ਤੋਂ ਇਹ ਦਿਨ ਮਨਾ ਰਹੇ ਹੋ। ਜੀ ਚਾਂਦ ਸਾਹਿਬ, ਇਹ ਜਿਹੜਾ ਦਿਨ ਹੈ ਵਰਲਡ ਹੈਰੀਟੇਜ ਡੇ, ਜਿਹਨੂੰ ਆਲਮੀ ਤਹਫੁਜ਼ ਵਿਰਸਾ ਦਾ ਦਿਨ ਕਿਹਾ ਜਾਂਦਾ ਹੈ, ਇਹ 1982 ਦੇ ਵਿੱਚ ਅਮਰੀਕੀ ਇੱਕ ਅਦਾਰਾ ਸੀ ਜਿਨ੍ਹਾਂ ਨੇ ਇਹ ਸਮਝਿਆ ਕਿ ਤਾਰੀਖੀ ਇਮਾਰਤ ਤੇ ਜਿਹੜਾ ਇਹ ਸਾਡਾ ਵਿਰਸਾ ਹੈ ਇਹਨੂੰ ਮਹਿਫੂਜ਼ ਹੋਣਾ ਚਾਹੀਦਾ ਤੇ ਇਹਦੀ ਅਵੇਅਰਨੈਸ ਹੋਣੀ ਚਾਹੀਦੀ। ਇਹਦਾ ਕਰਕੇ ਇਹਨਾਂ ਨੇ 1982 ਵਿੱਚ ਪਹਿਲੇ ਵਰੇ ਆਪਣੇ ਤੌਰ ਤੇ ਇਹਨੂੰ ਸੈਲੀਬ੍ਰੇਟ ਕੀਤਾ ਸੀ। तद फिर 1983 ਦੇ ਵਿੱਚ ਯਾਨੀ ਅਗਲੇ ਸਾਲ ਹੀ ਯੂਨੈਸਕੋ ਨੇ ਇਹਨੂੰ ਬਕਾਇਦਾ ਤੌਰ ਤੇ ਮਨਜ਼ੂਰ ਕੀਤਾ
ਤੇ ਜਿਵੇਂ ਦੁਨੀਆ ਵਿੱਚ ਮੁxtਲਿਫ ਦਿਨ ਮਨਾਏ ਜਾਂਦੇ ਨੇ, ਜਿਵੇਂ ਫਾਦਰ ਡੇ, ਮਦਰ ਡੇ, ਟੀਚਰ ਡੇ, ਲੈਂਗੁਏਜ ਡੇ, ਵਾਟਰ ਡੇ, ਅਰਥ ਡੇ, ਇਸੇ ਤਰ੍ਹਾਂ ਇਹ ਆਲਮੀ ਦਿਨ ਦੇ ਤੌਰ ਤੇ ਇਹਨੂੰ ਮਨਜ਼ੂਰ ਕਰ ਲਿਆ ਗਿਆ, ਜਿਹਦਾ ਮਕਸਦ ਇਹ ਸੀ ਕਿ ਉਹ ਤਹਿਜ਼ੀਬ ਸਕਾਫਤ, ਉਹ ਆਸਾਰੋ ਬਾਕੀਆਤ ਜਿਹਦਾ ਤਾਲੁਕ ਹਰ ਕੌਮ ਨਾਲ ਜੁੜਿਆ ਹੁੰਦਾ ਹੈ, ਉਹਨੂੰ ਮਹਿਫੂਜ਼ ਕੀਤਾ ਜਾਵੇ ਤੇ ਉਹਦੇ ਬਾਰੇ 'ਚ ਆਉਣ ਵਾਲੀ ਨਸਲਾਂ ਨੂੰ ਉਹਦੇ ਨਾਲ ਜੋੜਿਆ ਜਾਵੇ। ਉਹਦੇ ਵਾਸਤੇ ਮੁxtਲਿਫ ਸੈਮੀਨਾਰ ਕੀਤੇ ਜਾਂਦੇ ਸਨ, ਮੁxtਲਿਫ ਜਿਹੜੇ ਟੂਰ ਕੀਤੇ ਜਾਂਦੇ ਨੇ, ਮੁxtਲਿਫ ਤਰੀਕੇ ਨਾਲ ਐਗਜ਼ੀਬਿਸ਼ਨਸ ਲਾਈਆਂ ਜਾਂਦੀਆਂ ਨੇ, ਤੇ ਇਹ ਸਿਲਸਿਲਾਕਾਰ ਜਿਹੜਾ ਹੈ ਵੱਧਦਾ ਅੱਜ ਇੱਥੇ ਤੱਕ ਪਹੁੰਚ ਗਿਆ। ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਖਸੂਸਨ ਸਰਕਾਰੀ ਸਤ੍ਹਾ ਉੱਤੇ ਇਹੋ ਜਿਹਾ ਕੋਈ ਜਿਹੜਾ ਪ੍ਰੋਗਰਾਮ, ਇਹੋ ਜਿਹੀ ਕੋਈ ਖਸੂਸੀ ਤੌਰ ਤੇ ਕੋਈ ਐਕਟੀਵਿਟੀ ਨਜ਼ਰ ਨਹੀਂ ਆਉਂਦੀ। ਸਾਡੇ ਅਦਾਰੇ ਲਾਹੌਰ ਸ਼ਨਾਸੀ ਫਾਊਂਡੇਸ਼ਨ ਨੇ 2014 ਦੇ ਵਿੱਚ ਸਭ ਤੋਂ ਪਹਿਲੇ ਵਾਰੀ ਸਾਨੂੰ ਇਜਾਜ਼ ਹਾਸਿਲ ਹੈ ਕਿ ਪਾਕਿਸਤਾਨ ਵਿੱਚ ਸਭ ਤੋਂ ਪਹਿਲਾ 18 ਅਪ੍ਰੈਲ ਦਾ ਖਾਸ ਇਵੈਂਟ ਜਿਹੜਾ ਹੈ ਹੈਰੀਟੇਜ ਦੇ ਹਵਾਲੇ ਨਾਲ ਅਸਾਂ ਮੁਨੱਕਦ ਕੀਤਾ ਸੀ, ਜਿਹਦੇ ਸਿਲਸਿਲੇ ਵਿੱਚ ਅਸੀਂ ਐਗਜ਼ੀਬਿਸ਼ਨ ਲਾਈਆਂ ਸਨ, ਜਿਹੜੀਆਂ ਪੁਰਾਣੀਆਂ ਤਸਵੀਰ ਜੋ ਪਾਕਿਸਤਾਨ ਦੇ ਵਿਰਸੇ ਦੀਆਂ ਇਮਾਰਤਾਂ ਨੇ ਉਹਨਾਂ ਦੀਆਂ ਤਸਵੀਰ ਦੀ ਐਗਜ਼ੀਬਿਸ਼ਨ ਸੀ। ਫਿਰ ਅਸੀਂ ਬਾਕਾਇਦਾ ਤੌਰ ਤੇ 18 ਅਪ੍ਰੈਲ ਤੋਂ ਲੈ ਕੇ 24 ਅਪ੍ਰੈਲ ਤੱਕ ਪੂਰਾ ਵੀਕ ਜਿਹੜਾ ਉਹ ਅਸੀਂ ਹਫਤਾ ਵਿਰਸੇ ਦੇ ਤੌਰ ਤੇ ਮੁਨੱਕਿਦ ਕੀਤਾ ਗਿਆ। ਉਹਦੇ ਵਿੱਚ ਅਸੀਂ ਮੁxtਲਿਫ ਸਕੂਲਾਂ ਵਿੱਚ ਗਏ, ਉੱਥੇ ਉਹਨਾਂ ਨੂੰ ਬੱਚਿਆਂ ਨੂੰ ਲੈਕਚਰਸ ਦਿੱਤੇ, ਮੁxtਲਿਫ ਐਗਜ਼ੀਬਿਸ਼ਨ ਦਾ ਇਨਕਾਦ ਕੀਤਾ, ਮੁxtਲਿਫ ਲੋਕਾਂ ਨੂੰ ਦੌਰੇ ਕਰਵਾਏ ਗਏ, ਤਾਰੀਖੀ ਇਮਾਰਤਾਂ ਨੂੰ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਬਾਕਾਇਦਾ ਤੌਰ ਤੇ ਉਹਨੂੰ ਹਾਈਲਾਈਟ ਕੀਤਾ। ਤੇ ਚੂँਕਿ ਹਰ ਅਦਾਰੇ ਦੇ ਜਿਹੜੇ ਵਸਾਇਲ ਨੇ ਉਹ ਆਪਣੇ ਇੱਕ ਲਿਮਿਟ ਉੱਚ ਹੁੰਦੇ ਨੇ, ਲਿਹਾਜ਼ਾ ਉਹ ਜਿੰਨਾ ਪੋਸੀਬਲ ਹੋ ਸਕਦਾ ਅਸੀਂ ਉਹਨੂੰ ਹਰ ਸਾਲ ਅੱਛੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫੈਜ਼ਾਨ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਮੁxtਲਿਫ ਸਕੂਲਾਂ 'ਚ ਗਏ, ਸਟੂਡੈਂਟਸ ਨੂੰ ਇਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਮੁxtਲਿਫ ਜਿਹੜੇ ਇਵੈਂਟਸ ਕਰਵਾਏ ਜਾਂ ਆਪਣੇ ਤੌਰ ਉੱਤੇ ਜੋ ਤੁਸੀਂ ਕਰ ਸਕਦੇ ਸੀ ਇਸ ਦਿਨ ਨੂੰ ਮਨਾ ਰਹੇ ਹੋ, ਇਹ ਕੌਮੀ ਵਿਰਸੇ ਦੀ ਗੱਲਬਾਤ ਕਰ ਰਹੇ ਹੋ, ਉਹਦੀ ਸੰਭਾਲਣਾ ਦੀ ਗੱਲ ਕਰ ਰਹੇ ਹੋ, ਤੇ ਦੂਸਰੇ ਲੋਕ ਕਿਸ ਤਰ੍ਹਾਂ ਇਹਦੇ 'ਚ ਹਿੱਸਾ ਪਾ ਸਕਦੇ ਨੇ ਜਾਂ ਕਿਸ ਤਰ੍ਹਾਂ ਮੁਨੱਕਦ ਕੀਤਾ ਜਾ ਸਕਦਾ ਇਹਨਾਂ ਚੀਜ਼ਾਂ ਨੂੰ ਕਿ ਲੋਕ ਅਵੇਅਰਨੈਸ ਪੈਦਾ ਹੋਵੇ ਲੋਕਾਂ ਦੇ ਕਿ ਉਹ ਆਪਣੇ ਵਿਰਸੇ ਦੇ ਨਾਲ ਮੁਹੱਬਤ ਕਰਨ, ਉਹਦੀ ਹੋਂਦ ਨੂੰ ਜਿਹੜਾ ਹੈ ਉਹ ਮਹਿਫੂਜ਼ ਕਰਨ? ਜੀ, ਸਭ ਤੋਂ ਪਹਿਲੇ ਤੇ ਇਹਦੇ ਵਿੱਚ ਅਲਮੀਆ ਇਹ ਹੈ ਕਿ ਜਦੋਂ ਅਸੀਂ ਤਾਰੀਖ ਪੜ੍ਹਨੇ ਆ ਤੇ ਸਾਨੂੰ ਤਾਰੀਖ ਦੇ ਵਿੱਚ ਹੀ ਵੰਡ ਪਾ ਦਿੱਤੀ ਜਾਂਦੀ ਹੈ। ਤਾਰੀਖ ਵਿੱਚ ਹੀ ਅਸੀਂ ਇਹ ਡਿਸਾਈਡ ਕਰ ਲੈਂਦੇ ਆ ਕਿ ਕਿਹੜੀ ਸ਼ਖਸੀਅਤ ਸਾਡੀ ਹੈ ਤੇ ਕਿਹੜੀ ਕਿਸੇ ਦੂਸਰੇ ਦੀ ਹੈ। ਲੇਕਿਨ ਅਫਸੋਸ ਦੀ ਗੱਲ ਹੈ ਕਿ ਇਹ ਜਿਹੜੀ ਤਕਸੀਮ ਹੈ ਉਹ ਮਜ਼ਹਬ ਦੀ ਬੁਨਿਆਦ ਤੇ ਕੀਤੀ ਜਾਂਦੀ ਹੈ। ਇਸ ਕਰਕੇ ਫਿਰ ਜਦੋਂ ਵਿਰਸੇ ਦੀ ਗੱਲ ਆਉਂਦੀ ਹੈ ਤੇ ਉਹਦੀ ਤਕਸੀਮ ਵੀ ਉਸੇ ਮਜ਼ਹਬ ਦੀ ਬੇਸ ਤੇ ਕਰ ਦਿੱਤੀ ਜਾਂਦੀ ਹੈ ਕਿ ਇਹ ਸਾਡਾ ਵਿਰਸਾ ਨਹੀਂ ਹੈ, ਲਿਹਾਜ਼ਾ ਇਹਨੂੰ ਹਟਾ ਦਿਓ। ਤੇ ਜਦੋਂ ਇਹ ਇੱਕ ਮਸਲਾ ਪੇਸ਼ ਰਹੇਗਾ ਜਦੋਂ ਤੱਕ, ਉਦੋਂ ਤੱਕ ਆਉਣ ਵਾਲੀ ਨਸਲ ਉਸ ਵਿਰਸੇ ਨਾਲ ਪਿਆਰ ਨਹੀਂ ਕਰੇਗੀ ਜੋ ਕਿ ਤੁਹਾਡੀ ਜ਼ਮੀਨ ਦਾ ਵਿਰਸਾ ਹੈ, ਜੋ ਕਿ ਤੁਹਾਡੇ ਖਿੱਤੇ ਦੀ ਪਹਿਚਾਣ ਹੈ। ਇਹ ਪਹਿਚਾਣ ਉਦੋਂ ਆਏਗੀ ਜਦੋਂ ਤੁਸੀਂ ਉਹਨੂੰ ਵੈਲਿਊ ਦੋਗੇ, ਜਦੋਂ ਤੁਸੀਂ ਉਹਨੂੰ ਆਪਣਾ ਸਮਝੋਗੇ। ਜਿਨ੍ਹਾਂ ਨੇ ਬਣਾਇਆ, ਜਿਸ ਮਜ਼ਹਬ ਨਾਲ ਉਹਦਾ ਤਾਲੁਕ ਸੀ, ਚੁੱਕੇ ਹਰ ਖਿੱਤੇ ਦੇ ਉੱਤੇ ਹਰ ਮਜ਼ਹਬ, ਹਰ ਕੌਮ, ਮੁਆਸ਼ਰੇ ਦੇ ਲੋਕ ਪਾਏ ਜਾਂਦੇ ਨੇ, ਲੇਕਿਨ ਉਹਦੇ ਵਾਸਤੇ ਜ਼ਰੂਰੀ ਹੈ ਕਿ ਉਸ ਖਿੱਤੇ ਦੇ ਵਿਰਸੇ ਨੂੰ ਆਪਣਾ ਸਮਝਿਆ ਜਾਵੇ। ਤੇ ਤਾਲੀਮੀ ਅਦਾਰਿਆਂ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਆਉਣ ਵਾਲੀ ਨਸਲ ਨੂੰ, ਆਉਣ ਵਾਲੀ ਪੀੜ੍ਹੀ ਨੂੰ ਇਹਦੇ ਨਾਲ, ਵਿਰਸੇ ਨਾਲ ਮੁਹੱਬਤ ਪਾਈ ਜਾਵੇ। ਜਦੋਂ ਮੁਹੱਬਤ ਆਏਗੀ ਫਿਰ ਉਹਦੇ ਨਾਲ ਬਾਕੀ ਸਿਲਸਿਲੇ ਵੀ ਗਾਂਹ ਵਧਣਗੇ। ਲੇਕਿਨ ਜਿਵੇਂ ਤੁਸੀਂ ਪੁੱਛਿਆ ਕਿ ਆਮ ਲੋਕ ਕੀ ਕਰ ਸਕਦੇ ਨੇ, ਤੇ ਉਹਦੇ ਵਿੱਚ 2-3 ਕਿਰਦਾਰ ਨੇ। ਸਭ ਤੋਂ ਪਹਿਲੇ ਤਾਂ ਸਰਕਾਰੀ ਅਦਾਰਿਆਂ ਦਾ ਕਿਰਦਾਰ ਹੈ, ਉਹ ਬਾਕਾਇਦਾ ਤੌਰ ਤੇ ਇਸ ਦਿਨ ਨੂੰ ਮੁਨੱਕਿਦ ਕਰਨਾ ਚਾਹੀਦਾ। ਮੁxtਲਿਫ ਤਾਲੀਮੀ ਅਦਾਰਿਆਂ ਵਿੱਚ ਇਹਦੀ ਤਕਰੀਬਾਤ ਹੋਣੀਆਂ ਚਾਹੀਦੀਆਂ ਨੇ, ਇਹਦੀ ਅਵੇਅਰਨੈਸ ਕੰਪੇਨ ਚੱਲਣੀ ਚਾਹੀਦੀ ਹੈ। ਫਿਰ ਉਸ ਤੋਂ ਬਾਅਦ ਆਮ ਸ਼ਹਿਰੀ ਜਿਹੜਾ ਉਹ ਮੁxtਲਿਫ ਇਹਨਾਂ ਤਾਰੀਖੀ ਇਮਾਰਤਾਂ ਦਾ ਦੌਰਾ ਕਰ ਸਕਦਾ। ਫਿਰ ਆਮ ਜਿਹੜੇ ਉਧਰ ਦੇ ਲੋਕ ਨੇ ਉਹਨਾਂ ਨੂੰ ਜਮ੍ਹਾਂ ਕਰਕੇ ਉਹਦੀ ਤਾਰੀਖੀ ਹੈਸੀਅਤ ਉਹਨਾਂ ਲੋਕਾਂ ਨੂੰ ਦੱਸ ਸਕਦਾ। ਫਿਰ ਉਸ ਤੋਂ ਬਾਅਦ ਜਿਹੜੇ ਮੁxtਲਿਫ ਅਦਾਰੇ ਜੋ ਇਨਵਾਲਵ ਨੇ ਉਹਦੀ ਮੁਰੰਮਤ ਵਾਸਤੇ, ਸੇਵਾ ਸੰਭਾਲ ਵਾਸਤੇ, ਉਹਨਾਂ ਨੂੰ ਉਹਦੀ ਬਾਰੇ, ਮੁਰੰਮਤ ਦੇ ਬਾਰੇ ਖਤ ਲਿਖ ਸਕਦਾ ਜਾਂ ਮੁxtਲਿਫ ਲੋਕਾਂ ਨੂੰ ਉਹਦੇ ਬਾਰੇ ਇਤਲਾਹ ਕਰ ਸਕਦਾ, ਮੀਡੀਆ ਨਾਲ ਗੱਲਬਾਤ ਕਰ ਸਕਦਾ। ਫਿਰ ਉਸ ਤੋਂ ਬਾਅਦ ਜਿਹੜੇ ਨੌਜਵਾਨ ਨਸਲ ਹੈ ਉਹਨਾਂ ਨੂੰ ਜਮ੍ਹਾਂ ਕਰਕੇ ਉਹਦੀ ਤਾਰੀਖੀ ਅਹਿਮੀਅਤ ਦੇ ਬਾਰੇ ਦੱਸ ਸਕਦਾ ਹੈ। ਤੇ ਇਸ ਤੋਂ ਇਲਾਵਾ ਜਿਹੜੇ ਸਰਕਾਰੀ ਸਤ੍ਹਾ 'ਤੇ ਚੀਜ਼ਾਂ ਨੇ ਉਹ ਐਗਜ਼ੀਬਿਸ਼ਨਸ ਹੋ ਸਕਦੀਆਂ ਨੇ, ਸੈਮੀਨਾਰ ਹੋ ਸਕਦੇ ਨੇ, ਮੁxtਲਿਫ ਐਕਟੀਵਿਟੀਜ਼ ਜਿਹੜੀਆਂ ਨੇ ਮੁਨੱਕਿਦ ਹੋ ਸਕਦੀਆਂ, ਜਿਨ੍ਹਾਂ ਦੀ ਇੱਕ ਬੜੀ ਤਵੀਲ ਲਿਸਟ ਹੈ। ਫੈਜ਼ਾਨ ਸਾਹਿਬ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ, ਸਾਰੀ ਇੱਕ ਤੁਸੀਂ ਤਫਸੀਲ ਦੇ ਨਾਲ ਦੱਸਿਆ, ਲੇਕਿਨ ਸਰਕਾਰ ਦੀ ਤੇ ਕੋਈ ਉਹਦੇ 'ਚ ਕੋਈ ਇੰਟਰਸਟ ਹੀ ਨਹੀਂ ਹੈਗਾ। ਸਰਕਾਰ ਤੇ ਔਰੇਂਜ ਲਾਈਨ ਮਨਸੂਬਾ ਹੋਵੇ ਜਾਂ ਮੈਟਰੋ ਹੋਵੇ, ਉਹਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਨੇ ਉਹ ਬਜਾਏ ਉਹਦੀ ਸੰਭਾਲਣਾ ਕਰਨ ਦੇ, ਉਹ ਤੇ ਪਿਛਲੇ ਦਿਨ ਉਹਨਾਂ ਨੂੰ ਡੇਗਣ ਦੇ ਚੱਕਰਾਂ ਵਿੱਚ ਹੈਗੀ ਸੀ। ਉਹ ਤੇ ਕੋਈ ਮੇਰਾ ਖਿਆਲ ਹੈ ਕਿ ਤੁਹਾਡੇ ਵਰਗੇ ਬੰਦੇ ਜਿਹੜੇ ਨੇ ਇਹਦੀ ਸੰਭਾਲਣਾ, ਜਿਹੜੀ ਹੋਰ ਕੁਝ ਲੋਕ ਮਿਲ ਕੇ ਜਿਹੜੇ ਨੇ ਉਹ ਬਿਹਤਰ ਤਰੀਕੇ ਨਾਲ ਕਰ ਸਕਦੇ। ਮੇਰਾ ਖਿਆਲ ਹੈ ਸਰਕਾਰੀ ਨੂੰ ਤੇ ਕੋਈ ਇਹਦੇ ਨਾਲ ਹੈਗਾ ਹੀ ਨਹੀਂ।
ਜੀ ਸਰਕਾਰ ਦੇ ਜਿਹੜੇ ਅਦਾਰੇ ਕਾਇਮ ਕੀਤੇ ਗਏ ਨੇ ਉਹਨਾਂ ਵਿੱਚ ਖਸੂਸਨ ਮਹਿਕਮਾ ਆਸਾਰੇ ਕਦੀਮਾ ਹੈ ਜਾਂ ਵਰਲਡ ਸਿਟੀ ਅਥਾਰਟੀ ਹੈ ਜਾਂ ਮਹਿਕਮਾ ਔਕਾਫ ਹੈ। ਉਹਦਾ ਕੀ ਕਿਰਦਾਰ ਹੈ? ਉਹ तमाम ਅਦਾਰੇ ਹਰ ਉਹ ਚੀਜ਼ ਨੂੰ ਪ੍ਰੋਟੈਕਟ ਨਹੀਂ ਕਰਦੇ ਜਿਹੜੀ ਕਿ ਵਿਰਸਾ ਹੁੰਦੀ ਹੈ, ਜਦ ਕਿ ਉਹ ਉਸ ਚੀਜ਼ ਨੂੰ ਆਪਣੇ ਕੰਟਰੋਲ 'ਚ ਲੈਂਦੇ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਮਫਾਦ ਆਉਂਦਾ, ਭਾਵੇਂ ਉਹ ਮਾਲੀ ਮਫਾਦ ਹੋਵੇ ਭਾਵੇਂ ਉਹ ਸਿਆਸੀ ਮਫਾਦ ਹੋਵੇ। ਤੇ ਉਹ ਜਦੋਂ ਤੱਕ ਉਹਨਾਂ ਨੂੰ ਆਪਣੇ ਮਫਾਦ ਨਜ਼ਰ ਆਉਣਗੇ, ਉਹਨਾਂ ਨੂੰ ਉਹਦੇ ਤੋਂ ਪੈਸਾ ਨਜ਼ਰ ਆਏਗਾ, ਫਿਰ ਉਹ ਉਸ ਇਮਾਰਤ ਨੂੰ ਬਚਾਉਣਗੇ ਵੀ ਤੇ ਉਹਦੀ ਸੇਵਾ ਸੰਭਾਲ ਵੀ ਕਰਨਗੇ। ਜਿਸ ਇਮਾਰਤ ਨੂੰ ਬਿਲਕੁਲ ਉਹਨਾਂ ਨੂੰ ਮਫਾਦ ਨਜ਼ਰ ਨਹੀਂ ਆਏਗਾ, ਉਸ ਇਮਾਰਤ ਵੱਲ ਕਦੀ ਵੀ ਉਹ ਰੁਖ ਨਹੀਂ ਕਰਦੇਗੇ। ਇਹੀ ਅਫਸੋਸ ਦਾ ਆਲਮੀ ਹੈ। ਅਫਸੋਸਨਾਕ ਸੂਰਤ ਹਾਲ ਹੈ। ਅੱਛਾ ਫੈਜ਼ਾਨ ਸਰ, ਅਸੀਂ ਇਹ ਜਾਨਣਾ ਚਾਹਾਂਗੇ ਕਿ ਤਾਰੀਖ ਔਰ ਵਿਰਸਾ ਕੀ ਇੱਕੋ ਚੀਜ਼ ਹੈ ਜਾਂ ਇਹਨਾਂ ਦੋਨਾਂ ਵਿੱਚ ਫਰਕ ਹੈਗਾ, ਕਿ ਸਾਂਝ ਕੀ ਇਹਨਾਂ ਦੇ, ਜਾਂ ਸਾਂਝ ਹੈ ਜਾਂ ਨਹੀਂ ਹੈ? ਜੀ ਜਿਹੜਾ ਤਾਰੀਖ ਨਵੀਸੀ ਦਾ ਫਨ ਹੈ ਜੀ, ਇਹ ਬੜਾ ਦਿਲਚਸਪ ਤੇ ਬੜਾ ਕਦੀਮੀ ਹੈ। ਪੱਥਰ ਦਾ ਜ਼ਮਾਨਾ ਅਜੇ ਖਤਮ ਨਹੀਂ ਸੀ ਹੋਇਆ ਤੇ ਉਹਨਾਂ ਨੇ ਆਪਣੇ ਗੁਜ਼ਰੇ ਲੋਕਾਂ ਦੇ ਜਿਹੜੇ ਯਾਦਾਸ਼ਤਾਂ ਸਨ ਉਹ ਲਿਖਣੀਆਂ ਸ਼ੁਰੂ ਕੀਤੀਆਂ। ਅਗਰ ਤਾਰੀਖ ਦੇ ਪੰਨੇ ਤੇ ਦੇਖਨੇ ਆ ਤੇ ਤਾਰੀਖ ਦਾ ਆਗਾਜ਼ ਹਜ਼ਾਰਾਂ ਸਾਲ ਪਹਿਲੇ ਹੋਇਆ ਕਿ ਜਦੋਂ ਲੋਕਾਂ ਨੇ ਆਪਣੇ ਮਸ਼ਹੂਰ ਬਹਾਦਰਾਂ ਦੇ ਕਿੱਸੇ ਲਿਖੇ, ਉਹਨਾਂ ਦੀ ਯਾਦਾਸ਼ਤਾਂ ਲਿਖੀਆਂ ਤੇ ਇਸੇ ਤਰ੍ਹਾਂ ਇਹ ਸਿਲਸਿਲਾ ਸੀਨਾ ਬਾ ਸੀਨਾ ਚੱਲਦਾ ਹੋਇਆ ਇੱਥੇ ਤੱਕ ਪਹੁੰਚਿਆ। ਜਿੱਥੇ ਤੱਕ ਗੱਲ ਹੈ ਵਿਰਸੇ ਦੀ, ਤੇ ਵਿਰਸਾ ਜ਼ਿਕਰ ਮੈਂ ਕੀਤਾ ਕਿ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਸੌਫਟ ਵਿਰਸਾ ਕਿਹਾ ਜਾ ਸਕਦਾ ਹੈ ਤੇ ਇੱਕ ਹਾਰਡ ਵਿਰਸਾ। ਤੇ ਦੋਨਾਂ ਚੀਜ਼ਾਂ ਨੂੰ ਲਿਖਿਆ ਜਾਂਦਾ ਰਿਹਾ ਹਰ ਦੌਰ ਦੇ ਵਿੱਚ, ਤੇ ਇਹ ਚੋਲੀ ਦਾਮਨ ਦਾ ਸਾਥ ਹੈ ਤਾਰੀਖ ਦਾ ਵੀ ਤੇ ਵਿਰਸੇ ਦਾ ਵੀ। ਤਾਰੀਖ ਵਿੱਚ ਹੀ ਵਿਰਸੇ ਦਾ ਜ਼ਿਕਰ ਹੈ ਤੇ ਵਿਰਸੇ ਦੇ ਨਾਲ ਹੀ ਤਾਰੀਖ ਦਾ ਜ਼ਿਕਰ ਹੈ। ਦੋਨਾਂ ਦੀ ਯਾਨੀ ਕਿ ਲਾਜ਼ਮੋ ਮਜ਼ਲੂਮ ਜਿਸ ਤਰ੍ਹਾਂ ਉਹਨੂੰ ਕਹਿੰਦੇ ਨੇ ਉਹ। ਅੱਛਾ ਫੈਜ਼ਾਨ ਸਾਹਿਬ, ਹੁਣ ਤੱਕ ਜਿਹੜਾ ਹੈ ਕਿ ਜਿਹੜੀਆਂ ਜਿਨ੍ਹਾਂ ਇਮਾਰਤਾਂ ਨੂੰ ਕੌਮੀ ਵਿਰਸਾ ਕਰਾਰ ਦਿੱਤਾ ਗਿਆ, ਉਹਨਾਂ ਵਿੱਚੋਂ ਕਿੰਨੀਆਂ ਇਮਾਰਤਾਂ ਹੁਣ ਤੱਕ ਜਿਹੜਾ ਹੈ ਕਿ ਅਫਸੋਸਨਾਕ, ਮੇਰਾ ਖਿਆਲ ਹੈ ਕਿ ਉਹ ਲਫ਼ਜ਼ ਮੈਂ ਅਗਰ ਕਹਾਂ ਕਿ ਉਹ ਬਾਕੀਆਤ ਜਿਹੜੀ ਉਹਨਾਂ ਦੀ ਖਤਮ ਹੋ ਚੁੱਕੀ, ਤੁਹਾਨੂੰ ਇਸ ਬਾਰੇ ਜਾਣਕਾਰੀ ਹੈ ਕੋਈ? ਜੀ ਕਿਉਂਕਿ ਬੜੀ ਅਫਸੋਸਨਾਕ ਗੱਲ ਹੈ ਕਿ ਇੱਕ ਚੀਜ਼ ਹੈ ਕਿ ਤੁਹਾਡੀ ਤਾਰੀਖ ਜਿਹੜੀ ਹੈ, ਉਹ ਤੁਹਾਡਾ ਵਿਰਸਾ ਹੈ ਜਿਹੜਾ ਹੈ, ਉਹ ਹੀ ਤੁਹਾਡੇ ਕੋਲ ਖੋਹ ਲਿਆ ਜਾਏ, ਉਹ ਹੀ ਖਤਮ ਕਰ ਦਿੱਤਾ ਜਾਵੇ। ਜੀ ਪਾਕਿਸਤਾਨ ਬੜੇ ਤਕਰੀਬਨ 70 ਸਾਲ ਹੋ ਚੱਲੇ ਨੇ। 70 ਸਾਲਾਂ ਦੇ ਦੌਰਾਨ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਜਿਸ ਤਾਰੀਖੀ ਵਿਰਸੇ ਨੂੰ ਪਹੁੰਚਿਆ ਪਾਕਿਸਤਾਨ ਦੇ ਵਿੱਚ, ਉਹ ਜਿਹੜੀ ਗੈਰ ਮੁਸਲਿਮਾਂ ਦੀ ਇਮਾਰਤਾਂ ਸਨ ਉਹਨਾਂ ਨੂੰ ਪਹੁੰਚਿਆ ਹੈ। ਉਹਦੇ ਵਿੱਚ ਮੰਦਰ ਸਨ, ਉਹਦੇ ਵਿੱਚ ਗੁਰਦੁਆਰੇ ਸਨ, ਉਹਦੇ ਵਿੱਚ ਸਮਾਧਾਂ ਸਨ, ਉਹਦੇ ਵਿੱਚ ਹਵੇਲੀਆਂ ਸਨ। ਜਦ ਕਿ ਮੈਂ ਕਹਾਂਗਾ ਕਿ ਜਿਹੜਾ ਮੁਸਲਮਾਨ ਵਿਰਸਾ ਅਸੀਂ ਜਿਹਨੂੰ ਮਸਜਿਦ ਜਾਂ ਮਜ਼ਾਰ ਕਹਿ ਸਕਦੇ ਹਾਂ, ਉਹ ਵੀ ਇਸ ਤਕਲੀਫ ਦੇ ਮਰਹਲੇ ਤੋਂ ਅਲੱਗ ਨਹੀਂ ਹੈ। ਅਗਰ ਮਜ਼ਾਰਾਂ ਦੀ ਗੱਲ ਕਰਨੇ ਆ ਤੇ ਉੱਥੇ ਵੀ ਇਸੇ ਤਰ੍ਹਾਂ ਮਫਾਦ ਪਰਸਤੀ ਦਾ ਦੌਰ ਹੈ। ਅਗਰ ਮਸਜਿਦਾਂ ਦੀ ਗੱਲ ਕਰਨੇ ਆ ਤੇ ਲਾਹੌਰ ਸ਼ਹਿਰ ਵਿੱਚ ਐਡੀ ਮਰਕਜ਼ੀ ਤੇ ਵੱਡੀ ਜਾਮਿਆ ਮਸਜਿਦ ਮਰੀਮ ਜ਼ਮਾਨੀ ਮਸਜਿਦ, ਜਿਹਦੀ ਤਾਰੀਖ ਕਮੋਬੇਸ਼ 400 ਸਾਲ ਪੁਰਾਣੀ ਹੈ, ਉਹਦੀ ਸੇਵਾ ਸੰਭਾਲ ਨਾ ਹੋਣ ਪਾਰੋਂ ਉਹਦੀ ਹਾਲਤ ਅੱਜ ਵੇਖਣ ਦੇ ਲਾਇਕ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਮੁਸਲਮਾਨ ਤਾਰੀਖੀ ਵਿਰਸੇ ਦੀਆਂ ਇਮਾਰਤਾਂ ਜੋ ਡਿੱਗਣ ਦੇ ਕਰੀਬ ਨੇ, ਜੋ ਸ਼ਿਕਸਤਾ ਹਾਲੀ ਦਾ ਸ਼ਿਕਾਰ ਨੇ। ਅਫਸੋਸ ਹੈ ਕਿ ਇਹਦੇ ਬਾਰੇ ਕੀ ਕਿਹਾ ਜਾ ਸਕਦਾ ਹੈ, ਲੇਕਿਨ ਜੋ ਗੈਰ ਮੁਸਲਿਮ ਦੀਆਂ ਇਮਾਰਤਾਂ ਸਨ ਉਹ ਖਸੂਸਨ 1992 ਵਿੱਚ ਹੋਣ ਵਾਲੇ ਬਾਬਰੀ ਮਸਜਿਦ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਰੱਦ ਅਮਲ ਸਾਹਮਣੇ ਆਇਆ, ਉਹਦੇ ਵਿੱਚ ਇੱਕ ਮਜ਼ਹਬ ਦੇ ਨਾਂ ਤੇ ਤੌਰ ਤੇ ਉਹਨੂੰ ਡਿਸਟਰਬ ਕੀਤਾ ਗਿਆ। ਉਹਦੇ ਨਾਲ ਕਬਜ਼ਾ ਗਰੁੱਪ ਜਿਹੜਾ ਸੀ ਉਹ ਵੀ ਖੁੱਲ੍ਹ ਕੇ ਸਾਹਮਣੇ ਆਇਆ ਤੇ ਮਜ਼ਹਬ ਦਾ ਨਾਂ ਲੈ ਕੇ ਤੇ ਉਹ तमाम ਇਮਾਰਤਾਂ ਨੂੰ ਡਿਮੋਲਿਸ਼ ਕਰਨ ਤੋਂ ਬਾਅਦ ਉਹਨਾਂ ਤੇ ਕਬਜ਼ੇ ਕੀਤੇ ਗਏ। ਇਸੇ ਤਰ੍ਹਾਂ ਇਹ ਤਾਰੀਖੀ ਵਿਰਸਾ ਅਗਰ ਅਸੀਂ 1947 ਦੀ ਲਿਸਟ ਅਗਰ ਬਣੀ ਹੋਵੇ ਤੇ ਉਹਨੂੰ ਦੇਖੀਏ ਤੇ ਅੱਜ ਦੇਖੀਏ ਤੇ ਮੈਂ ਸਮਝਦਾ ਹੈ ਕਿ 100 ਵਿੱਚੋਂ ਮੇਰੇ ਖਿਆਲ 60% ਵਿਰਸਾ ਜਿਹੜਾ ਉਹ ਅਸੀਂ ਗਵਾ ਚੁੱਕੇ ਹਾਂ। 60% ਯਾਨੀ ਕਿ ਬੜੀ ਵੱਡੀ ਅਗਰ ਦੇਖਿਆ ਜਾਵੇ ਕਿ ਨੁਕਸਾਨ ਹੈ। ਅੱਛਾ ਫੈਜ਼ਾਨ ਸਰ, ਬਾਹਰ ਬੈਠੇ ਜਿਹੜੇ ਪ੍ਰਦੇਸ਼ 'ਚ ਬੈਠੇ ਲੋਕਾਂ ਨੂੰ ਅਸੀਂ ਆਪਣਾ ਜਿਹੜਾ ਵਿਰਸਾ ਹੈ, ਆਪਣੇ ਜਿਹੜੇ ਪਾਕਿਸਤਾਨ ਦਾ ਜਿਹੜੀ ਸਾਡਾ ਹੈਗਾ, ਉਹਦੇ ਨਾਲ ਕਿਸ ਤਰ੍ਹਾਂ ਜੋੜ ਸਕਦੇ ਹਾਂ, ਖਸੂਸਨ ਪੰਜਾਬ, ਲਾਹੌਰ ਜਿਹਨੂੰ? ਜੀ ਇਹ ਜਿਹੜੀ ਵਿਰਸੇ ਦੇ ਵਿੱਚ ਸਾਂਝ ਹੁੰਦੀ ਹੈ, ਇਹੀ ਖਿੱਚ ਕੇ ਲਿਆਂਦੀ ਹੈ। ਜਿਹੜੇ ਪਾਕਿਸਤਾਨ ਤੋਂ ਬਾਹਰ ਬੈਠੇ ਪਰਦੇਸੀ ਨੇ, ਉਹਦੇ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਨੇ। ਇੱਕ ਉਹ ਲੋਕ ਨੇ ਜਿਹੜੇ ਪਾਕਿਸਤਾਨੀ ਨੇ ਤੇ ਦੂਜੇ ਉਹ ਲੋਕ ਨੇ ਜਿਹੜੇ ਪਾਕਿਸਤਾਨ ਦੀ ਇਹਨਾਂ ਥਾਵਾਂ ਵਿੱਚ ਦਿਲਚਸਪੀ ਰੱਖਦੇ ਨੇ। ਤੇ ਦੋਨਾਂ ਲਈ ਲਾਹੇ ਅਮਲ ਮੌਜੂਦ ਹੈ ਕਿ ਸਭ ਤੋਂ ਆਸਾਨ ਤਰੀਕਾ ਤੇ ਸੋਸ਼ਲ ਮੀਡੀਆ ਹੈ ਕਿ ਸੋਸ਼ਲ ਮੀਡੀਆ ਤੇ ਤੁਸੀਂ ਕੋਈ ਵੀ ਪੋਸਟ, ਕੋਈ ਵੀ ਵੀਡੀਓ ਬਣਾ ਕੇ ਉਹਦੇ ਬਾਰੇ ਪਾ ਸਕਦੇ ਹੋ। ਤੇ ਉਹਦੇ ਵਿੱਚ ਚੂँਕਿ ਲੱਖਾਂ ਦੇ ਤਾਦਾਦ ਵਿੱਚ ਲੋਕ ਸੋਸ਼ਲ ਮੀਡੀਆ ਲੋਕ ਯੂਜ਼ ਕਰਦੇ ਨੇ, ਬਲਕਿ ਕਰੋੜਾਂ ਦੀ ਤਾਦਾਦ 'ਚ, ਉਹ ਉਸ ਵੀਡੀਓ ਜਾਂ ਉਸ ਤਸਵੀਰ ਤੋਂ ਬਹੁਤ ਜ਼ਿਆਦਾ ਮੋਟੀਵੇਸ਼ਨ ਲੈਂਦੇ ਨੇ।
ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਮਾਲੂਮਾਤ ਹਾਸਿਲ ਕਰਦੇ ਨੇ। ਫਿਰ ਉਸ ਤੋਂ ਇਲਾਵਾ ਇਹਦੇ ਜਿਹੜੇ ਟੂਰਸ ਨੇ ਉਹ ਸਭ ਤੋਂ ਅਹਿਮ ਨੇ। ਪਾਕਿਸਤਾਨ ਦੇ ਵਿੱਚ ਟੂਰਿਜ਼ਮ ਦਾ ਬਾਕਾਇਦਾ ਡਿਪਾਰਟਮੈਂਟ ਹਰ ਸੂਬੇ ਵਿੱਚ ਮੌਜੂਦ ਹੈ, ਲੇਕਿਨ ਉਹਨਾਂ ਦੀ ਜਿਹੜੀ ਮਸਰੂਫੀਆਤ ਨੇ, ਐਕਟੀਵਿਟੀਜ਼ ਨੇ, ਉਹ ਬੜੀ ਇੱਕ ਮਹਿਦੂਦ ਸਤ੍ਹਾ 'ਤੇ ਨੇ। ਜਦ ਕਿ ਉਹ ਵਿਰਸਾ ਜਿਹੜਾ ਲਿਸਟ ਤੋਂ ਹਟ ਕੇ ਹੈ ਉਹ ਵੀ ਦਿਖਾਉਣ ਦੀ ਲੋੜ ਹੈ ਤਾਂ ਕਿ ਉਹ ਬਚ ਜਾਵੇ। ਜਿਹੜਾ ਲਿਸਟ ਦੇ ਵਿੱਚ ਆ ਗਿਆ ਉਹ ਤੇ ਕਿਸੇ ਹੱਦ ਤੱਕ ਉਹਨਾਂ ਦੀ ਨਜ਼ਰਾਂ ਵਿੱਚ ਹੈ, ਲੇਕਿਨ ਲਿਸਟ ਤੋਂ ਇਲਾਵਾ ਜੀ ਅਜੇ ਬਹੁਤ ਸਾਰਾ ਵਿਰਸਾ ਹੈ ਜਿਹਨੂੰ ਸੰਭਾਲਣ ਦੀ ਜ਼ਰੂਰਤ ਹੈ। ਤੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਵਾਸਤੇ ਦਿਲਚਸਪੀ ਇਹੀ ਹੈ ਕਿ ਉਹਨਾਂ ਦੀ ਜਿਹੜੀ ਇਮਾਰਤਾਂ ਨੇ ਉਹਨਾਂ ਨੂੰ ਦਿਖਾਇਆ ਜਾਵੇ, ਉਹਨਾਂ ਦਾ ਜਿਹੜਾ ਸੌਫਟ ਕਾਰਨਰ ਹੈ ਪਾਕਿਸਤਾਨ ਦਾ ਉਹ ਸਾਹਮਣੇ ਦਿਖਾਇਆ ਜਾਵੇ, ਸਾਹਮਣੇ ਲਿਆਂਦਾ ਜਾਵੇ। ਅੱਛਾ, ਵੇਖਣ ਦੇ ਲਾਇਕ ਕਿਹੜੀਆਂ? ਵੈਸੇ ਤੇ ਵਿਰਸਾ ਹੈ ਸਾਡਾ, ਸਾਰੀਆਂ ਸਾਡੇ ਲਈ ਜਿਹੜੀਆਂ ਉਹ ਜ਼ਰੂਰੀ ਨੇ, ਲੇਕਿਨ ਕੁਝ ਖਾਸ ਹੁੰਦੀਆਂ, ਖਾਸ ਅਹਿਮੀਅਤ ਦੇ ਲਾਇਕ ਕੁਝ ਇਮਾਰਤਾਂ ਨੇ, ਜਿਸ ਤਰ੍ਹਾਂ ਉਹ ਕਿਹੜੀਆਂ ਨੇ ਸਾਡੇ ਦੇਖਣ ਵਾਲਿਆਂ ਨੂੰ ਜ਼ਰਾ ਉਸ ਬਾਰੇ ਦੱਸੋ। ਜਿਹੜੀਆਂ ਇਮਾਰਤਾਂ ਨੇ ਨਾ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਉਹਦੀ ਤਾਰੀਖੀ ਵੈਲਿਊ ਹੁੰਦੀ ਹੈ, ਤਾਰੀਖੀ ਅਹਿਮੀਅਤ ਹੁੰਦੀ ਹੈ, ਤੇ ਦੂਜਾ ਉਹਦੀ ਜਿਹੜਾ ਸਟਰਕਚਰ ਹੈ, ਉਹਦਾ ਫਨ ਤਾਮੀਰ ਹੈ, ਉਹ ਦੇਖਣ ਦੇ ਲਾਇਕ ਹੁੰਦਾ ਹੈ। ਅਗਰ ਜਿਵੇਂ ਅਸੀਂ ਤਾਜ ਮਹਿਲ ਦੀ ਗੱਲ ਕਰਨੇ ਆ ਤੇ ਉਹ ਅਗਰ ਇੱਕ ਹਿੰਦੂ ਦੇਖਣ ਜਾਂਦਾ ਹੈ, ਅਗਰ ਇੱਕ ਸਿੱਖ ਦੇਖਣ ਜਾਂਦਾ ਹੈ, ਅਗਰ ਇੱਕ ਅੰਗਰੇਜ਼ ਦੇਖਣ ਜਾਂਦਾ ਹੈ, ਤੇ ਉਹਦੇ ਵਾਸਤੇ ਉਹਦੀ ਕੋਈ ਵੈਲਿਊ ਮਜ਼ਹਬ ਦੇ ਸੈਂਸ ਵਿੱਚ ਨਹੀਂ ਹੋਏਗੀ, ਉਹਦੀ ਵੈਲਿਊ ਉਹਦੀ ਤਾਰੀਖ ਨਾਲ ਹੋਏਗੀ ਜਾਂ ਉਹਦੇ ਫਨ ਤਾਮੀਰ ਨਾਲ ਹੋਏਗੀ। ਲੇਕਿਨ ਇਸੇ ਤਰ੍ਹਾਂ ਅਗਰ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਪਾਕਿਸਤਾਨ ਦੇ ਪੰਜਾਬ ਦੀ, ਤੇ ਇਹਦੇ ਵਿੱਚ ਜਿਹੜੀ ਤਾਰੀਖੀ ਇਮਾਰਤਾਂ ਵਿੱਚੋਂ ਜਾਂ ਅਨੋਖੀਆਂ ਥਾਵਾਂ ਵਿੱਚੋਂ ਅਗਰ ਗੱਲ ਕਰਨੇ ਆ ਤੇ ਹਿੰਦੂਆਂ ਦੇ ਹਜ਼ਾਰਾਂ ਸਾਲ ਪੁਰਾਣੇ ਜਿਹੜੇ ਮੰਦਰ ਚਕਵਾਲ ਦੇ ਕਟਾਸ ਰਾਜ ਦੇ ਮੁਕਾਮ ਤੇ ਨੇ, ਉਹ ਇੱਕ ਖੂਬਸੂਰਤੀ ਦਾ ਤੇ ਫਨ ਤਾਮੀਰ ਦਾ ਵੀ ਸ਼ਾਹਕਾਰ ਨੇ, ਤੇ ਦੂਜਾ ਤਾਰੀਖੀ ਹੈਸੀਅਤ ਨਾਲ ਵੀ ਜੁੜੇ ਹੋਏ ਨੇ। ਇਸੇ ਤਰ੍ਹਾਂ ਲਾਹੌਰ ਦਾ ਕਿਲਾ ਹੈ, ਫਿਰ ਜੇਹਲਮ ਵਿੱਚ ਰੋਹਤਾਸ ਦਾ ਕਿਲਾ ਹੈ, ਫਿਰ ਬਾਦਸ਼ਾਹੀ ਮਸਜਿਦ ਹੈ, ਸ਼ਾਲਾਮਾਰ ਬਾਗ ਹੈ। ਇਸੇ ਤਰ੍ਹਾਂ ਸਾਡਾ ਪੰਜਾਬ, ਪਾਕਿਸਤਾਨੀ ਪੰਜਾਬ ਜਿਹੜਾ ਉਹ ਇਹਨਾਂ ਥਾਵਾਂ ਤੋਂ ਭਰਿਆ ਹੋਇਆ ਹੈ। ਬਹੁਤ ਸ਼ੁਕਰੀਆ ਫੈਜ਼ਾਨ ਸਾਹਿਬ, ਤੁਸੀਂ ਬੜਾ ਚਾਨਣ ਪਾਇਆ ਇਸ ਚੀਜ਼ ਬਾਰੇ, ਕੌਮੀ ਵਿਰਸੇ ਬਾਰੇ, ਉਹਦੇ ਬਲਕਿ ਤੁਸੀਂ ਮਾਯੂਸ ਕਰਨ ਦੇ ਨਾਲ ਨਾਲ ਸਾਨੂੰ ਕੁਝ ਤਾਰੀਖੀ ਇਮਾਰਤਾਂ ਬਾਰੇ ਜਿਨ੍ਹਾਂ ਨੂੰ ਦੇਖਿਆ ਜਾ ਸਕਦਾ, ਸਾਡੇ ਦੇਖਣ ਵਾਲੇ ਜਾ ਕੇ ਉਹਨਾਂ ਦੀ ਜਿਹੜੀ ਹੋਂਦ ਹੈ ਉਹਨਾਂ ਨੂੰ ਮਾਣ ਸਕਦੇ ਨੇ, ਉਹਨਾਂ ਨੂੰ ਬੜਾ ਬਹੁਤ ਸ਼ੁਕਰੀਆ। ਨਾਜ਼ਰੀਨ, ਉਮੀਦ ਕਰਨੇ ਆ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਆਇਆ ਹੋਣਾ। ਜਿਸ ਤਰ੍ਹਾਂ ਕਿ ਫੈਜ਼ਾਨ ਸਾਹਿਬ ਨੇ ਗੱਲ ਕੀਤੀ ਕਿ ਕੌਮੀ ਵਿਰਸੇ ਨੂੰ ਬਚਾਉਣ ਦੀ ਬੜੀ ਹਿੰਮਤ ਕਰਨੀ ਚਾਹੀਦੀ ਹੈ, ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਉਸ ਵਿਰਸੇ ਨੂੰ ਮਹਿਫੂਜ਼ ਬਣਾ ਸਕਦੇ ਹਾਂ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈ ਆਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਤੇ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।